ਕਹਾਣੀ ਗੁੱਟ ਚੋਂ ਡਲਕਦਾ ਹੀਰਾ। ਲੇਖਕ ਗੁਰਮਲਕੀਤ ਸਿੰਘ ਕਾਹਲੋਂ। ਹਰ ਵਾਰ ਉਹ ਰਸਮ ਨਿਭਾਉਣ ਬਾਅਦ ਸਿਰ ਪਲੋਸ ਕੇ ਚਲੇ ਜਾਂਦਾ। ਬਾਅਦ ਵਿੱਚ ਮੈਂ ਸਾਰਾ ਦਿਨ ਉਸ ਦੀਆਂ ਯਾਦਾਂ ਵਿੱਚ ਗੁਆਚੀ ਰਹਿੰਦੀ। ਹਰ ਸਾਲ ਉਸ ਤਿਉਹਾਰ ਵਾਲੇ ਦਿਨ ਮੈਂ ਕੰਮ ਤੋਂ ਛੁੱਟੀ ਕਰਦੀ। 3 ਸਾਲ ਪਹਿਲਾਂ ਜਦ ਮੈਨੇਜਰ ਛੁੱਟੀ ਦੇਣ ਤੋਂ ਟਾਲ ਮਟੋਲ ਕਰਨ ਲੱਗਾ ਤਾਂ ਪਤਾ ਨਹੀਂ ਮੇਰੇ ਅੰਦਰੋਂ ਪੱਕੀ ਛੁੱਟੀ ਕਰ ਜਾਣ ਦੀ ਧਮਕੀ ਦੇਣ ਦਾ ਹੌਸਲਾ ਕਿੱਥੋਂ ਉਮੜ ਆਇਆ ਸੀ। ਹਾਲਾਂਕਿ ਮੈਂ ਜਾਣਦੀ ਸੀ ਕਿ ਵਿਸ਼ਵ ਮੰਦੀ ਦੇ ਉਸ ਦੌਰ ਵਿੱਚ ਨਵੇਂ ਥਾਂ ਨੌਕਰੀ ਲੱਭਣੀ ਖਾਲਾ ਜੀ ਦਾ ਵਾੜਾ ਨਹੀਂ ਸੀ। ਉਸਦੇ ਜਾਂਦਿਆਂ ਹੀ ਪਹਿਲਾ ਫੋਨ ਮੈਂ ਆਪਣੀ ਮਾਮਾ ਨੂੰ ਲਾਇਆ ਸੀ। ਉਹ ਆਪ ਦਰਦਾਂ ਨਾਲ ਵਿੰਨੀ ਹੋਣ ਦੇ ਬਾਵਜੂਦ ਮੇਰੇ ਦਰਦਾਂ ਨੂੰ ਸ਼ਿੱਦਤ ਨਾਲ ਸਮਝਦੀ ਤੇ ਮਹਿਸੂਸ ਕਰਦੀ ਸੀ। ਮਾਂ ਧੀ ਵਿੱਚ ਬਹੁਤੇ ਪਰਦੇ ਵੀ ਤਾਂ ਨਹੀਂ ਨਾ ਹੁੰਦੇ। ਗੱਲਾਂ ਕਰਦਿਆਂ ਪਤਾ ਹੀ ਨਾ ਲੱਗਦਾ ਕਦ ਘੰਟਾ ਬੀਤ ਗਿਆ ਤੇ ਫੋਨ ਆਪਣੇ ਆਪ ਕੱਟਿਆ ਗਿਆ। ਮੇਰਾ ਫੋਨ 1 ਘੰਟੇ ਤੱਕ ਪਤਾ ਨਹੀਂ ਕਿਵੇਂ ਸੈੱਟ ਹੋ ਗਿਆ ਹੋਇਆ ਸੀ। ਸ਼ਾਮ ਦਾ ਹਨੇਰਾ ਪਸਰਨ ਲੱਗ ਪਿਆ ਸੀ। ਯਾਦ ਆਇਆ ਕਿ ਪਿੰਕੀ ਨੂੰ ਪੁੱਛਣਾ ਬਣਦਾ ਸੀ ਕਿ ਉਹ ਠੀਕ ਠਾਕ ਪਹੁੰਚ ਗਿਆ। ਕਈ ਮਿੰਟ ਫੋਨ ਲੱਭਦਿਆਂ ਹੀ ਲੱਗ ਗਏ। ਮਾਂ ਦੇ ਫੋਨ ਤੋਂ ਬਾਅਦ ਗਲਤੀ ਨਾਲ ਫੋਨ ਫ੍ਰਿਜ ਉੱਪਰ ਰੱਖਿਆ ਗਿਆ ਸੀ। ਪਿੰਕੀ ਦਾ ਨੰਬਰ ਡਾਇਲ ਕਰਨ ਲੱਗੀ ਤਾਂ ਚੜੇ ਹੋਏ ਕਿੰਨੇ ਸਾਰੇ ਮੈਸੇਜ ਉੱਤੇ ਨਜ਼ਰ ਪੈ ਗਈ। 2 ਮੈਸੇਜ ਪਿੰਕੀ ਦੇ ਸਨ। ਇੱਕ 2.5 ਘੰਟੇ ਪਹਿਲਾਂ ਦਾ ਅੱਧਾ ਪੈਂਡਾ ਮੁੱਕਣ ਦਾ ਸੀ ਤੇ ਦੂਜਾ ਕੁਝ ਮਿੰਟ ਹੋਏ ਘਰ ਪਹੁੰਚਣ ਬਾਰੇ ਸੀ। ਮੈਨੂੰ ਆਪਣੇ ਆਪ ਤੇ ਗੁੱਸਾ ਆਇਆ। ਕੀ ਸੋਚੂ, ਐਨੀ ਕੁ ਪਰਵਾਹ ਹੈ ਉਸਦੀ। ਤੜਕੇ ਚੱਲ ਕੇ 5 ਘੰਟੇ ਕਾਰ ਚਲਾ ਕੇ ਉਹ ਆਪਣਾ ਫਰਜ਼ ਨਿਭਾਉਣ ਤੇ ਮੈਨੂੰ ਅਹਿਸਾਸ ਕਰਾਉਣ ਆਇਆ ਸੀ ਕਿ ਮਾਪਿਆਂ ਤੋਂ ਦੂਰ ਮੈਂ ਇੱਥੇ ਇਕੱਲੀ ਨਹੀਂ। ਪਰ ਮੈਂ ਕਮਲੀ ਉਸ ਨਾਲ ਗੱਲੀ ਲੱਗੀ ਰਹੀ ਸਾਰਾ ਟਾਈਮ। ਚੱਜ ਨਾਲ ਰੋਟੀ ਵੀ ਨਾ ਖਵਾ ਸਕੀ। ਉਸਨੇ ਵੀ ਤਕਾਲੀ ਪਾਈ ਹੋਈ ਸੀ ਨਾ ਵਾਪਸ ਜਾਣ ਦੀ। ਪਰ ਉਹ ਵੀ ਕੀ ਕਰਦਾ, ਟਾਈਮ ਸਿਰ ਪਹੁੰਚਣ ਦੀ ਉਸਦੀ ਆਦਤ ਬਾਰੇ ਮੈਂ ਜਾਣਦੀ ਹਾਂ। ਪਤਾ ਨਹੀਂ ਇਹੋ ਜਿਹੇ ਕਿੰਨੇ ਹੋਰ ਸਵਾਲ ਮੈਂ ਆਪਣੇ ਆਪ ਨੂੰ ਕਰੀ ਗਈ। ਫਿਰ ਤੋਂ ਅਤੀਤ ਦੀਆਂ ਯਾਦਾਂ ਵਿੱਚ ਕਦ ਘਿਰ ਗਈ, ਪਤਾ ਹੀ ਨਾ ਲੱਗਾ। ਮਾਮਾ ਦੱਸਦੇ ਸੀ ਕਿ ਸੌਣ ਮਹੀਨੇ ਦਾ ਚੌਥਾ ਦਿਨ ਸੀ। ਉਧਰੋਂ ਸੂਰਜ ਦੀਆਂ ਕਿਰਨਾਂ ਬਾਰੀ ਦੀ ਝੀਤ ਵਿੱਚੋਂ ਅੰਦਰ ਲੰਘ ਆਈਆਂ ਤੇ ਇਧਰੋਂ ਮੇਰੀ ਆਵਾਜ਼ ਦਾਈ ਤੋਂ ਪਹਿਲਾਂ ਹੀ ਬਾਹਰ ਸੁਣ ਗਈ ਸੀ। ਬੀਬੀ ਦੇ ਕੰਨਾਂ ਨੇ ਆਵਾਜ਼ ਹੀ ਪਛਾਣ ਕੇ ਕਹਿਤਾ ਸੀ, ਹੋਰ ਨਸਿਆ, ਬਹਿ ਜਾ ਆਰਾਮ ਨਾਲ। ਪਾਪਾ ਵਾਂਗ ਅਸੀਂ ਦਾਦੀ ਨੂੰ ਬੀਬੀ ਕਹਿਣ ਲੱਗ ਪਏ ਸੀ। ਮੇਰੇ ਪਾਪਾ ਆਰਾਮ ਨਾਲ ਬੈਠਣ ਵਾਲੇ ਨਹੀਂ ਸੀ। ਮਾਮਾ ਦੱਸਦੇ ਸੀ ਕਿ ਦਾਈ ਦੇ ਬਾਹਰ ਨਿਕਲਦੇ ਹੀ ਪਾਪਾ ਹਲਵਾਈ ਤੋਂ ਲੱਡੂਆਂ ਦੇ 4 ਡੱਬੇ ਫੜ ਕੇ ਲਿਆਏ ਸੀ। ਲੱਭੂ ਹਲਵਾਈ ਨੇ ਵਧਾਈ ਦਿੰਦਿਆਂ ਝਕਦੇ ਜੇ ਪੁੱਛਿਆ ਸੀ, ਹੋਰ ਨਸਿਆ, ਹੋਰ ਕਿੰਨੇ ਕੁ ਬਣਾ ਕੇ ਰੱਖਾਂ? ਪਾਪਾ ਜਵਾਬ ਦੇਣ ਦੀ ਬਜਾਏ ਪੈਸੇ ਦੇ ਕੇ ਆ ਗਏ ਸੀ। ਲੱਭੂ ਦੱਸਦਾ ਹੁੰਦਾ ਸੀ ਕਿ ਉਹ ਸੋਚੀ ਜਾਵੇ ਕਿ ਜੇ ਕੁੜੀ ਹੋਈ ਹੈ ਤੇ ਲੱਡੂ ਕਿਉਂ ਲੈਣ ਆਇਆ, ਤੇ ਜੇ ਮੁੰਡਾ ਹੈ ਤੇ ਉਹਨੇ ਹੋਰ ਪੁੱਛਣ ਤੇ ਚੁੱਪ ਕਿਉਂ ਵੱਟੀ। 3 ਸਾਲ ਦੀ ਹੋਣ ਵਾਲੀ ਸੀ ਮੈਂ। ਅਸੀਂ ਸੌਣ ਲੱਗੇ ਸੀ ਜਦ ਭੱਟੀ ਅੰਕਲ ਕੰਬਾਈਨ ਲੈ ਕੇ ਆਏ ਸੀ। ਤਬੀਅਤ ਠੀਕ ਨਾ ਹੋਣ ਕਰਕੇ ਮਾਮਾ ਉੱਠੀ ਨਹੀਂ ਸੀ ਤੇ ਬੀਬੀ ਨੇ ਸਾਰਿਆਂ ਦੀ ਰੋਟੀ ਬਣਾਈ ਸੀ। ਸਵੇਰੇ ਪਾਪਾ ਟਰਾਲੀ ਲੈ ਕੇ ਕੰਬਾਈਨ ਵਾਲਿਆਂ ਨਾਲ ਖੇਤਾਂ ਨੂੰ ਚਲੇ ਗਏ ਸੀ। ਕਣਕ ਵੇਲੇ ਸਿਰ ਸਾਂਭੀ ਜਾਣ ਕਰਕੇ ਬੀਬੀ ਖੁਸ਼ ਸੀ। ਉਸ ਤੋਂ ਪਹਿਲੇ ਸਾਲ ਪੱਕੀ ਕਣਕ ਮੀਂਹ ਹਨੇਰੀ ਨੇ ਖਰਾਬ ਕਰ ਦਿੱਤੀ ਸੀ। ਬੀਬੀ ਕਈ ਵਾਰ ਅੰਦਰ ਜਾ ਕੇ ਮੰਮਾ ਦਾ ਹਾਲ ਚਾਲ ਪੁੱਛਾਈ ਸੀ। ਉਸ ਦਿਨ ਸਾਡੇ ਬਨੇਰੇ ਤੇ ਕਾਂ ਬੜੇ ਬੋਲਦੇ ਸੀ। ਬੀਬੀ ਨੂੰ ਕਾਵਾਂ ਦਾ ਬੋਲਣਾ ਚੰਗਾ ਲੱਗਦਾ ਸੀ। ਉਸ ਦਾ ਮੰਨਣਾ ਸੀ ਕਿ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਹੈ, ਪਰ ਮੈਨੂੰ ਕਾਂ ਚੰਗੇ ਨਹੀਂ ਸੀ ਲੱਗਦੇ। ਇੱਕ ਵਾਰ ਉੱਡਦੇ ਕਾਂ ਨੇ ਮੇਰੇ ਸਿਰ ਵਿੱਚ ਵਿਟ ਕਰ ਦਿੱਤੀ ਸੀ ਤੇ ਮਾਮਾ ਨੇ ਠੰਡ ਵਿੱਚ ਸਵੇਰੇ ਹੀ ਨਵਾਇਆ ਸੀ। ਬੜਾ ਰੋਈ ਸੀ ਸਿਰ ਨਹਾਉਣ ਤੋਂ ਮੈਂ। ਕੰਬਾਈਨ ਵਾਲਿਆਂ ਲਈ ਚਾਹ ਭੇਜ ਕੇ ਬੀਬੀ ਕਾਹਲੀ ਨਾਲ ਅੰਦਰ ਗਈ ਸੀ। ਧਿਆਨ ਤਾਂ ਉਸਦਾ ਚਾਹ ਬਣਾਉਂਦਿਆਂ ਵੀ ਅੰਦਰ ਵੱਲ ਹੀ ਸੀ। ਅਜੇ ਦੁਪਹਿਰ ਨਹੀਂ ਸੋਈ ਜਦੋਂ ਬੀਬੀ ਨੇ ਕੰਧ ਉੱਪਰੋਂ ਤਾਈ ਨੂੰ ਜਲਦੀ ਆਉਣ ਦੀ ਹਾਕ ਮਾਰੀ ਸੀ। ਤਾਈ ਆਉਂਦੇ ਸਾਰ ਮਾਮਾ ਕੋਲ ਗਈ ਤੇ ਬਾਹਰ ਆ ਕੇ ਬੀਬੀ ਦੇ ਕੰਨ ਵਿੱਚ ਕੁਝ ਕਿਹਾ। ਬੀਬੀ ਤਸੱਲੀ ਕਰਨ ਆਪ ਅੰਦਰ ਗਈ ਤੇ ਫਿਰ ਤਾਈ ਨੂੰ ਛੇਤੀ ਨਾਲ ਨਸੀਬੋ ਦਾਈ ਸੱਦਣ ਭੇਜਿਆ ਸੀ। ਪਤਾ ਨਹੀਂ ਕਿਉਂ ਦਾਈ ਦੇ ਆਉਂਦੇ ਹੀ ਬੀਬੀ ਨੇ ਮੈਨੂੰ ਤਾਈ ਦੇ ਘਰ ਜਾ ਕੇ ਖੇਡਣ ਲਈ ਕਿਹਾ ਸੀ। ਮੈਂ ਜਰਾ ਕੁ ਸਿਰ ਫੇਰਿਆ ਤਾਂ ਬੀਬੀ ਨੇ ਚਪੇੜ ਵਿਖਾਈ ਸੀ। ਡਰਦੇ ਮਾਰੇ ਮੈਂ ਤਾਈ ਕੇ ਘਰ ਜਾ ਕੇ ਛਟਾਪੂ ਖੇਡਣ ਲੱਗ ਗਈ ਸੀ। ਘੰਟੇ ਕੁ ਬਾਅਦ ਸਾਰੇ ਪਾਸੋਂ ਵਧਾਈਆਂ ਸੁਣ ਰਹੀਆਂ ਸਨ। ਮੇਰਾ ਵੀਰ ਜੋ ਆ ਗਿਆ ਸੀ ਸਾਡੇ ਘਰ। ਬੀਬੀ ਕਹਿੰਦੀ ਸੀ ਮੇਰੇ ਪੂਰਨ ਸਿਉਂ ਦੀ ਜੜ ਲੱਗ ਗਈ। ਪਤਾ ਨਹੀਂ ਕਿਉਂ ਅੱਜ ਮੇਰਾ ਬਚਪਨ ਵਾਰ-ਵਾਰ ਅੱਖਾਂ ਮੂਹਰੇ ਆਈ ਜਾ ਰਿਹਾ। ਮਾਮਾ ਦੱਸਦੇ ਹੁੰਦੇ ਨੇ ਕਿ ਬੜੇ ਚਾਅ ਕੀਤੇ ਸੀ ਬੀਬੀ ਨੇ ਵੀਰੇ ਦੇ ਆਉਣ ਤੇ। ਕਣਕ ਦੀ ਭਰੀ ਟਰਾਲੀ ਮੰਡੀ ਲਾਉਣ ਲਈ ਤਾਏ ਨੂੰ ਭੇਜ ਕੇ ਪਾਪਾ ਘਰ ਆ ਗਏ ਸੀ। ਤਾਏ ਕੇ ਬਾਹਰ ਮੂਹਰਿਓਂ ਲੰਘਦੇ ਵੇਖ ਮੈਂ ਭੱਜ ਕੇ ਪਾਪਾ ਦੀਆਂ ਲੱਤਾਂ ਨਾਲ ਚੰਬੜ ਗਈ ਸੀ। ਬੀਬੀ ਕੱਪੜਿਆਂ ਨਾਲ ਲਪੇਟੇ ਵੀਰੇ ਨੂੰ ਲੈ ਕੇ ਬਾਹਰ ਆਈ ਤਾਂ ਮਗਰੇ ਦਾਈ ਆ ਗਈ ਸੀ ਅੰਦਰੋਂ। ਪਾਪਾ ਨੇ ਨੀਲੇ ਰੰਗ ਦਾ ਨੋਟ ਦਿੱਤਾ ਸੀ ਦਾਈ ਨੂੰ। ਹੁਣ ਪਤਾ ਲੱਗਦਾ ਮੁੰਡੇ ਦੀ ਵਧਾਈ ਸੀ ਉਹ ਨੋਟ।
ਮਾਮਾ ਦੱਸਦੇ ਸੀ ਕਿ ਵੀਰੇ ਦਾ ਨਾਂ ਰੱਖਣ ਤੇ ਕਈ ਦਿਨ ਚਰਚਾ ਚੱਲਦੀ ਰਹੀ। ਬੀਬੀ ਗੁਰਦਿੱਤ ਸਿੰਘ ਤੇ ਅੜੀ ਹੋਈ ਸੀ ਤੇ ਮਾਮਾ ਪਾਪਾ ਨੂੰ ਪ੍ਰਕਾਸ਼ ਸਿੰਘ ਚੰਗਾ ਲੱਗਦਾ ਸੀ। ਗੁਰਦੁਆਰੇ ਗਏ ਤਾਂ ਭਾਈ ਜੀ ਨੇ ਪਹਿਲਾ ਅੱਖਰ ਪੱਪਾ ਕਹਿ ਕੇ ਮਾਮਾ ਦੀ ਇੱਛਾ ਪੁਕਾ ਦਿੱਤੀ ਸੀ। ਬੜੇ ਚਾਅ ਦੁਲਾਰ ਕਰਦੀ ਸੀ ਮੈਂ ਨਿੱਕੇ ਜਿਹੇ ਕਾਕੇ ਨਾਲ। ਵੀਰੇ ਨੂੰ ਦੁੱਧ ਪਿਆਉਣ ਲਈ ਮਾਮਾ ਮੇਰੇ ਤੋਂ ਫੜਦੇ ਤਾਂ ਮੈਂ ਰੋ ਪੈਂਦੀ। ਬਾਹਰ ਲਾਈਟਾਂ ਜਗ ਪੈਣ ਤੇ ਮੇਰੀ ਸੁਰਤ ਪਰਤੀ। ਡਾਈਨਿੰਗ ਕੁਰਸੀ ਤੇ ਬੈਠ ਪਿੰਕੀ ਨੂੰ ਫੋਨ ਲਾਇਆ। ਗੱਲਬਾਤ 'ਚ ਮਹਿਸੂਸ ਕੀਤਾ ਕਿ ਉਹ ਚਾਹ ਪੀ ਰਿਹਾ। ਕਹਿੰਦਾ, ਹਨੇਰਾ ਹੁਣ ਦੇ ਡਰੋਂ ਰਸਤੇ 'ਚ ਕਿਤੇ ਰੁਕਿਆ ਨਹੀਂ। ਮੇਰੇ ਕਿਵੇਂ ਲੱਗਾ? ਅੱਜ ਪੁੱਛਣ ਤੇ ਕਹਿੰਦਾ, ਜੋ ਸਾਲ ਬਾਅਦ ਕਿਸੇ ਆਪਣੇ ਨੂੰ ਮਿਲਣ ਤੇ ਚੰਗਾ ਲੱਗ ਸਕਦਾ, ਉਸ ਤੋਂ ਚੰਗਾ। ਸੱਚ ਦੱਸਾਂ, ਫੋਨ ਲੱਗੇ ਤੇ ਹੀ ਸ਼ੁਕਰਾਨੇ ਵਜੋਂ ਮੇਰਾ ਸਿਰ ਚੁੱਕ ਕੇ ਮੇਜ਼ ਨਾਲ ਜੁੜ ਗਿਆ ਸੀ। ਉਦੋਂ ਮੈਨੂੰ ਮੇਜ਼ 'ਚੋਂ ਹੀ ਰੱਬ ਦੀ ਝਲਕ ਪੈਣ ਲੱਗੀ। ਧੰਨਾ ਭਗਤ ਅੱਖਾਂ ਮੂਹਰੇ ਆਣ ਖੜੋ ਗਿਆ। ਉਸਨੇ ਤਾਂ ਜਿੱਦ ਕਰਕੇ ਰੱਬ ਲੱਭਿਆ ਸੀ, ਪਰ ਸਾਡਾ ਦਰਦ ਰੱਬ ਨੇ ਆਪ ਪਹਿਚਾਣਿਆ ਸੀ। ਅਗਲੇ ਪਲ ਮੈਂ ਆਪਣੇ ਆਪ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਖੜੀ ਮਹਿਸੂਸ ਕੀਤਾ। ਹਜ਼ਾਰਾਂ ਮੀਲਾਂ ਦੀ ਦੂਰੀ ਸਕਿੰਟਾਂ 'ਚ ਮੁੱਕ ਗਈ। ਅਲਾਹੀ ਨੂਰ ਦੀ ਝਲਕ 'ਚੋਂ ਰਸ ਭਰੇ ਕੀਰਤਨ ਦੀ ਆਵਾਜ਼ ਸੁਣਾਈ ਦੇਣ ਲੱਗੀ। ਲੱਗਿਆ ਜਿਵੇਂ ਗੁਰੂ ਜੀ ਕਹਿ ਰਹੇ ਹੋਣ, ਕੁਝ ਹੋਰ ਮੰਗਣਾ ਹੈ ਤਾਂ ਮੰਗ ਲੈ। ਮੇਰੇ ਹੱਥ ਜੁੜੇ ਹੋਏ ਸੀ। ਜਦ ਮੇਰੇ ਮੂੰਹੋਂ ਨਿਕਲਿਆ, ਸੱਚੇ ਪਾਤਸ਼ਾਹ, ਤੁਸੀਂ ਤੇ ਝੋਲੀ ਵਿੱਚ ਥਾਂ ਹੀ ਨਹੀਂ ਛੱਡੀ ਹੋਰ ਕੁਝ ਪਵਾ ਸਕਣ ਦੀ। ਅਚਾਨਕ ਪੈਰਾਂ ਦੇ ਖੜਕੇ ਨਾਲ ਮੇਰੀ ਸੁਰਤ ਪਰ ਸਾਹਮਣੇ ਮੇਰੀ ਰੂਮਮੇਟ ਜੋਤੀ ਖੜੀ ਸੀ। ਕਿਸ ਤੋਂ ਝੋਲੀ ਭਰਵਾ ਰਹੀ ਸੀ ਹੁਣੇ? ਉਸਦੇ ਸਵਾਲ ਨੇ ਮੈਨੂੰ ਆਪਣੇ ਆਪ ਵਿੱਚ ਕੀਤਾ। ਰਾਤ ਦੇ ਖਾਣ ਪੀਣ ਦਾ ਕੰਮ ਮੁਕਾ ਕੇ ਮੈਂ ਤੇ ਜੋਤੀ ਆਪਣੇ ਆਪਣੇ ਬਿਸਤਰੇ ਮੱਲ ਲਏ। ਕੁਝ ਗੱਲਾਂ ਕੀਤੀਆਂ ਤੇ ਬੱਤੀ ਬੁਝਾ ਦਿੱਤੀ। ਕੱਲ ਨੂੰ ਕੰਮ ਤੇ ਜਾਣ ਦਾ ਫਿਕਰ ਕਰਦਿਆਂ ਰੋਜ਼ ਵਾਂਗ ਫੋਨ ਤੇ ਅਲਾਰਮ ਲਾ ਦਿੱਤਾ, ਪਰ ਨੀਂਦ ਕਿੱਥੇ। ਦੋ ਹੀ ਮੌਕੇ ਹੁੰਦੇ ਨੇ ਜਦ ਨੀਂਦ ਨੇੜੇ ਤੇੜੇ ਨਹੀਂ ਖੜਦੀ, ਖੁਸ਼ੀ ਦੇ ਢੇਰ ਜਾਂ ਦੁੱਖਾਂ ਦੇ ਅੰਬਾਰ। ਆਮ ਤੌਰ ਤੇ ਮੈਂ ਸੌਣ ਵੇਲੇ ਉੱਪਰ ਲਿਆ ਕੰਬਲ ਜਾਂ ਚਾਦਰ ਗਲੇ ਤੱਕ ਰੱਖਦੀ ਹਾਂ, ਪਰ ਉਸ ਦਿਨ ਚਾਦਰ ਸਿਰ ਤੇ ਖਿੱਚ ਲਈ ਸੀ। ਜੋਤੀ ਨੇ ਦੱਸਿਆ ਸੀ ਕਿ ਅੱਜ ਉਹਦੇ ਸਟੋਰ ਤੇ ਗਾਹਕਾਂ ਦੀ ਕਾਫੀ ਭੀੜ ਰਹੀ ਸੀ। ਥੱਕੀ ਹੋਣ ਕਰ ਉਹ ਪੈਂਦੇ ਸਾਰੀ ਸੌਂ ਗਈ ਸੀ। ਯਾਦਾਂ ਵਿੱਚ ਗੁਆਚਣ ਦਾ ਸਮਾਂ ਕਿਸੇ ਨੂੰ ਯਾਦ ਨਹੀਂ ਰਹਿੰਦਾ। ਇਸ ਬੁਝਾਰਤ ਦਾ ਜਵਾਬ ਤਾਂ ਬ੍ਰਹਮ ਗਿਆਨੀ ਵੀ ਨਹੀਂ ਦੇ ਸਕੇ। ਪਤਾ ਹੀ ਨਾ ਲੱਗਾ ਕਦ ਮਨ ਵਿੱਚ ਉਹੀ ਫਿਲਮ ਉੱਥੋਂ ਹੀ ਚੱਲਣ ਲੱਗ ਪਈ ਜਿੱਥੋਂ ਜੋਤੀ ਦੇ ਆਉਣ ਕਾਰਨ ਪੌਜ ਹੋ ਗਈ ਸੀ। ਵੀਰੇ ਪ੍ਰਕਾਸ਼ ਤੋਂ 1.5 ਕੁ ਸਾਲ ਬਾਅਦ ਰਿੰਪੀ ਆ ਗਈ ਸੀ। ਕਿੰਨੇ ਚੰਗੇ ਦਿਨ ਸਨ। ਤਿੰਨੇ ਭੈਣ ਭਰਾ ਚੌਥੀ, ਦੂਜੀ ਤੇ ਨਰਸਰੀ ਵਿੱਚ ਇਕੱਠੇ ਜਾਂਦੇ ਹੁੰਦੇ ਸੀ ਸਕੂਲੇ। ਰਿੰਪੀ ਨੂੰ ਛੁੱਟੀ ਜਲਦੀ ਹੋਣ ਕਾਰਨ ਉਸ ਸਾਡੀ ਛੁੱਟੀ ਹੋਣ ਤੱਕ ਉੱਥੇ ਖੜੇ ਰਹਿਣਾ ਤੇ ਅਸੀਂ ਇਕੱਠੇ ਬੱਸ ਵਿੱਚ ਮੁੜਦੇ ਸਾਂ। ਕਈ ਵਾਰ ਮਾਮਾ ਤੋਂ ਕੱਪੜੇ ਬਦਲਾਉਣ ਵਿੱਚ ਪਹਿਲ ਕਰਨ ਤੋਂ ਅਸੀਂ ਲੜ ਪੈਂਦੇ। ਖਾਣ ਪੀਣ ਵਾਲੀ ਮੇਜ਼ ਤੇ ਇਕੱਠੇ ਸਜਦੇ। ਬੇਸ਼ੱਕ ਮਾਮਾ ਸਾਨੂੰ ਇੱਕ ਦੂਜੇ ਦੀ ਪਲੇਟ ਵਿੱਚ ਠੂੰਗੇ ਮਾਰਨ ਤੋਂ ਵਰਜਦੇ ਸਨ, ਪਰ ਮੈਂ ਆਪਣੀ ਪਲੇਟ 'ਚੋਂ ਕੁਝ ਨਾ ਕੁਝ ਪਿੰਕੀ ਦੀ ਪਲੇਟ ਵਿੱਚ ਜ਼ਰੂਰ ਪਾ ਦਿੰਦੀ। ਖਿਆਲ ਰੱਖਣਾ ਕਿ ਸਾਡਾ ਵੀਰਾ ਭੁੱਖਾ ਨਾ ਰਹਿ ਜਾਏ। ਪਿੰਕੀ 7ਵੀਂ ਤੇ ਮੈਂ 9ਵੀਂ ਪਾਸ ਕਰਕੇ ਅਗਲੀਆਂ ਜਮਾਤਾਂ 'ਚ ਗਏ ਸੀ। ਉਦੋਂ ਕੁਝ ਦਿਨ ਬਾਅਦ ਪਤਾ ਨਹੀਂ ਕਿਸੇ ਚੰਦਰੇ ਦੀ ਨਜ਼ਰ ਲੱਗੀ ਸਾਡੀਆਂ ਖੁਸ਼ੀਆਂ ਨੂੰ। ਗਰਮੀਆਂ ਸੀ। ਵੀਰਾ ਸਾਡੇ ਖੇਤਾਂ ਕੋਲੋਂ ਲੰਘਦੀ ਨਹਿਰ ਵਿੱਚ ਨਹਾਉਣ ਚਲੇ ਗਿਆ ਸੀ ਦੋਸਤਾਂ ਦੇ ਨਾਲ। ਉਂਝ ਤੇ ਮਾਮਾ ਤੋਂ ਪੁੱਛ ਕੇ ਗਿਆ ਸੀ। ਨਹਿਰ ਬਹੁਤ ਡੂੰਘੀ ਨਾ ਹੋਣ ਕਾਰਨ ਖਤਰਾ ਨਹੀਂ ਸੀ ਸਮਝਿਆ ਜਾਂਦਾ, ਪਰ ਪਤਾ ਨਹੀਂ ਕੀ ਭਾਣਾ ਵਾਪਰਿਆ ਉੱਥੇ। ਸਾਡਾ ਵੀਰਾ ਸਾਨੂੰ ਰੋਂਦਿਆਂ ਛੱਡ ਗਿਆ। ਮਾਮਾ ਪਾਪਾ ਦਾ ਲੱਕ ਟੁੱਟ ਗਿਆ। ਕਈ ਦਿਨ ਸਾਡੇ ਘਰ ਚੁੱਲ੍ਹਾ ਨਹੀਂ ਸੀ ਤਪਿਆ। ਚੁੱਲ੍ਹੇ ਵੀ ਤਾਂ ਉਮੀਦਾਂ ਤੇ ਹੀ ਤਪਦੇ ਨੇ। ਸਾਡੇ ਤਾਂ ਸਾਰੇ ਪੱਲੇ ਉਮੀਦਾਂ ਪੱਖੋਂ ਖਾਲੀ ਕਰਕੇ ਹਨੇਰਾ ਪਸਾਰ ਗਿਆ ਸੀ ਸਾਡਾ ਪ੍ਰਕਾਸ਼ ਸਿੰਘ। ਕਈ ਦਿਨ ਮੇਰਾ ਸਕੂਲ ਜਾਣ ਨੂੰ ਮਨ ਨਾ ਕੀਤਾ ਤੇ ਨਾ ਹੀ ਮਾਪਿਆਂ ਨੇ ਜਾਣ ਲਈ ਕਹਿਣ ਦੀ ਹਿੰਮਤ ਕੀਤੀ। ਪਿੰਕੀ ਦੇ ਵਿਛੋੜੇ ਨੇ ਸਭ ਦੇ ਮਨਾਂ ਦੇ ਦੀਵੇ ਬੁਝਾ ਦਿੱਤੇ ਸੀ। ਖੈਰ, ਕਹਿੰਦੇ ਨੇ ਨਾ, ਸਮਾਂ ਬਲਵਾਨ ਹੁੰਦਾ ਹੈ। ਜ਼ਖਮ ਲਾਉਂਦਾ ਵੀ ਆ ਤੇ ਬਾਅਦ ਵਿੱਚ ਭਰਨ ਵੀ ਲੱਗ ਜਾਂਦਾ ਹੈ। ਸਾਡੀ ਜ਼ਿੰਦਗੀ ਆਪਣੀ ਲੀਹੇ ਚੜ੍ਹਨ ਲੱਗੀ। ਮੈਂ ਹਰ ਸਾਲ ਰੱਖੜੀ ਵਾਲੇ ਦਿਨ ਸੋਹਣੀ ਜੀ ਰੱਖੜੀ ਲੈ ਕੇ ਵੀਰੇ ਦੀ ਉਡੀਕ ਕਰਦੀ ਤੇ ਰਾਤ ਨੂੰ ਸੰਦੂਕ ਵਿੱਚ ਰੱਖ ਦਿੰਦੀ। ਸਾਲ ਦਰ ਸਾਲ ਰੱਖੜੀਆਂ ਦੀ ਗਿਣਤੀ ਵੱਧਦੀ ਗਈ। ਕਾਲਜ ਪਾਸ ਕਰਕੇ ਮੈਂ ਆਈਲੈਟਸ ਕੀਤੀ ਤੇ ਕੈਨੇਡਾ ਪਹੁੰਚ ਗਈ। ਥੋੜ੍ਹੇ ਦਿਨਾਂ ਬਾਅਦ ਥੋਕ ਵਸਤਾਂ ਵਾਲੇ ਗੋਰਿਆਂ ਦੇ ਵੱਡੇ ਸਟੋਰ ਵਿੱਚ ਕੰਮ ਮਿਲ ਗਿਆ। ਅੰਗਰੇਜ਼ੀ ਉੱਤੇ ਮੇਰੀ ਪਕੜ ਚੰਗੀ ਹੋਣ ਅਤੇ ਬੋਲਚਾਲ ਦੇ ਸਲੀਕੇ ਕਾਰਨ ਸਾਲ ਕੁ ਬਾਅਦ ਸੁਪਰਵਾਈਜ਼ਰ ਬਣਾ ਦਿੱਤੀ ਗਈ। ਮੇਰੀ ਡਿਊਟੀ ਕੰਮ ਹੱਥੀਂ ਕਰਨ ਦੀ ਬਜਾਏ ਹੋਰਾਂ ਦੇ ਹੱਥਾਂ ਤੋਂ ਵੱਧ ਕੰਮ ਲੈਣਾ ਹੋ ਗਈ। ਹੋਰਾਂ ਨਾਲ ਪਹਿਲਾਂ ਵਰਗਾ ਮੇਲ ਮਿਲਾਪ ਘਟਾਉਣਾ ਪਿਆ। ਤਰੱਕੀ ਮੌਕੇ ਸਿਖਲਾਈ ਦੌਰਾਨ ਅਧੀਨ ਕਾਮਿਆਂ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖਣ ਦੇ ਫਾਇਦੇ ਗਿਣਾਏ ਗਏ ਸੀ। ਮੇਰੀ ਲਿਸਟ ਵਿੱਚ ਉਸ ਦਾ ਨਾਂ ਪ੍ਰਿਤਪਾਲ ਸਿੰਘ ਸੀ।
ਪਰ ਦੋਸਤ ਉਸ ਨੂੰ ਪਾਲ ਕਹਿ ਕੇ ਬੁਲਾਉਂਦੇ। ਹੋਰਾਂ ਨੂੰ ਤਾਂ ਕਈ ਵਾਰ ਕਹਿਣਾ ਪੈਂਦਾ ਸੀ, ਪਰ ਉਸਨੇ ਕੰਮ ਠੀਕ ਜਾਂ ਤੇਜ਼ ਕਰਨ ਬਾਰੇ ਕਹਿਣ ਦੇ ਮੌਕੇ ਦੀ ਨੌਬਤ ਹੀ ਨਾ ਕਦੇ ਆਉਣ ਦਿੱਤੀ। ਸਿਰ ਸੁੱਟ ਕੇ ਲੱਗਾ ਰਹਿੰਦਾ। ਨਾ ਉਹ ਸਵੇਰੇ ਲੇਟ ਹੁੰਦਾ, ਨਾ ਲੰਚ ਟਾਈਮ ਮੁਕਾਉਣ ਵਿੱਚ ਦੇਰੀ ਕਰਦਾ। ਮੈਂ ਉਸਨੂੰ ਛੁੱਟੀ ਤੋਂ ਪਹਿਲਾਂ ਘੜੀ ਵੱਲ ਝਾਕਦੇ ਕਦੇ ਨਹੀਂ ਸੀ ਵੇਖਿਆ। ਉਸਦੀ ਸ਼ਿਫਟ 1 ਘੰਟਾ ਪਹਿਲਾਂ ਸ਼ੁਰੂ ਤੇ ਖਤਮ ਹੋਣ ਬਾਰੇ ਮੈਂ ਮੈਨੇਜਰ ਤੋਂ ਪਤਾ ਕਰ ਲਿਆ ਸੀ ਕਿ ਸ਼ਾਮ ਦੀ ਕਲਾਸ ਲਾਉਣ ਕਾਰਨ ਉਸਦੀ ਮਜਬੂਰੀ ਸੀ, ਜਿਸ ਦੀ ਉਸਨੇ ਆਗਿਆ ਲਈ ਹੋਈ ਸੀ। ਮੇਰੇ ਨਾਲ ਉਹ ਪਹਿਲੀ ਵਾਰ ਬੋਲਿਆ ਸੀ ਉਸ ਦਿਨ। ਉਹ ਸੀਨ ਅਜੇ ਅੱਖਾਂ ਵਿੱਚ ਤਰੋਤਾਜ਼ਾ ਹੈ। ਲੰਚ ਟਾਈਮ ਖਤਮ ਹੋਣ ਤੋਂ 3-4 ਮਿੰਟ ਪਹਿਲਾਂ ਆਇਆ ਸੀ ਮੇਰੀ ਮੇਜ਼ ਕੋਲ। ਝਕਦੇ ਪੁੱਛਿਆ ਸੀ ਉਸਨੇ। ਉਸਦੇ ਸਵਾਲਾਂ ਨੇ ਕਿੰਨਾ ਤੜਪਾ ਦਿੱਤਾ ਸੀ ਮੇਰਾ ਮਨ। ਰੱਬ ਪ੍ਰਤੀ ਰੋਸ ਦਾ ਭਾਂਬੜ ਮਚ ਗਿਆ ਸੀ ਮੇਰੇ ਅੰਦਰ। ਮੇਰੀ ਚੁੱਪ ਵੇਖ ਨਿਰਾਸ਼ਤਾ ਦੀ ਪੰਡ ਬੰਨ੍ਹ ਕੇ ਉਹ ਤੁਰਨ ਹੀ ਲੱਗਾ ਸੀ ਜਦ ਮੈਂ ਸਾਹਮਣੇ ਬੈਠਣ ਲਈ ਕਿਹਾ। ਮੈਂ ਕੀ ਜਾਣਾ ਕਿ ਉਹ ਉਸੇ ਰੱਬ ਦਾ ਦੂਤ ਸੀ ਜਿਸ ਨੂੰ ਮੈਂ ਹੁਣੇ ਕੋਸ ਰਹੀ ਸੀ। ਅਗਲੇ ਮਿੰਟ ਮੇਰੀ ਨਜ਼ਰ ਉਸਦੇ ਚਿਹਰੇ ਤੇ ਗੱਡੀ ਗਈ। ਮੈਂ ਅੱਖਾਂ ਝਪਕਣਾ ਭੁੱਲ ਗਈ ਸੀ। ਆਖਰ ਜੀਭ ਨੇ ਹਰਕਤ ਕੀਤੀ। ਹਾਂ, ਕੀ ਕਹਿ ਰਹੇ ਸੀ ਤੁਸੀਂ? ਕੁਝ ਨਹੀਂ ਕਹਿ ਕੇ ਉਹ ਟਾਲ ਜਾਣਾ ਚਾਹੁੰਦਾ ਸੀ, ਪਰ ਮੈਂ ਉਸਦੇ ਸਵਾਲ ਨੂੰ ਆਪ ਹੀ ਦੁਹਰਾ ਲਿਆ। ਤੁਸੀਂ ਇਸ ਰੱਖੜੀ ਬਾਰੇ ਪੁੱਛਿਆ ਸੀ ਨਾ ਕੁਝ? ਮੇਰੇ ਬੋਲਾਂ ਵਿੱਚ ਮਿਠਾਸ ਭਰ ਗਈ ਸੀ। ਅਸਲ ਵਿੱਚ ਰੱਖੜੀ ਵਾਲਾ ਦਿਨ ਹੋਣ ਕਾਰਨ ਸਵੇਰੇ ਸਟੋਰ ਤੋਂ ਖਰੀਦੀ ਰੱਖੜੀ ਮੇਰੀ ਜੇਬ ਤੋਂ ਕੁਝ ਬਾਹਰ ਹੋਣ ਕਾਰਨ ਦਿਸਦੀ ਸੀ। ਉਸਨੇ ਅਨੁਮਾਨ ਲਾਇਆ ਸੀ ਕਿ ਸ਼ਾਇਦ ਮੈਂ ਸਵੇਰੇ ਆਪਣੇ ਭਰਾ ਨੂੰ ਬੰਨ੍ਹ ਕੇ ਨਹੀਂ ਆਈ ਤੇ ਹੁਣ ਛੁੱਟੀ ਛੇਤੀ ਕਰਕੇ ਜਾਊਂਗੀ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ਸੀ, ਮੈਂ ਤੇ ਅਜੇ ਰੱਖੜੀ ਵਾਲੇ ਗੁੱਟ ਦੀ ਤਲਾਸ਼ ਵਿੱਚ ਹਾਂ। ਕਦੇ ਗੁੱਟ ਲੱਭ ਪਿਆ ਤਾਂ ਬੰਨਾਂਗੀ। ਉਸਨੇ ਆਪਣਾ ਸੱਜਾ ਗੁੱਟ ਅਗਾਂਹ ਕਰਕੇ ਆਖਿਆ ਸੀ। ਤੁਹਾਨੂੰ ਇਸ ਗੁੱਟ ਵਿੱਚੋਂ ਭਰਾ ਦੀ ਝਲਕ ਪੈਂਦੀ ਹੋਵੇ ਤਾਂ ਅੱਖਾਂ ਮੀਟ ਕੇ ਬੰਨ੍ਹ ਦਿਓ। ਕਿੱਡਾ ਵੱਡਾ ਸਵਾਲ ਕਰ ਗਿਆ ਸੀ ਉਹ। ਜ਼ਿੰਦਗੀ ਵਿੱਚ ਅਚਾਨਕ ਇੰਜ ਵਾਪਰੀਆਂ ਘਟਨਾਵਾਂ ਭੁੱਖ ਦੀ ਪੈੜ ਹੁੰਦੀਆਂ ਨੇ। ਸੱਚ ਦੱਸਦੀ ਹਾਂ, ਉਸਦੀ ਐਡੀ ਵੱਡੀ ਗੱਲ ਸੁਣ ਕੇ ਮੇਰੀ ਨਜ਼ਰ ਉਸਦੇ ਗੁੱਟ ਤੇ ਗੱਡੀ ਗਈ। ਅੱਖਾਂ ਨੂੰ ਲੱਗਿਆ ਪਿੰਕੀ ਦਾ ਗੁੱਟ ਹੈ। ਮਨ ਨੇ ਹਾਮੀ ਭਰ ਦਿੱਤੀ। ਸਾਡਾ ਪ੍ਰਕਾਸ਼ ਵੱਡਾ ਹੋ ਕੇ ਸਾਹਮਣੇ ਆਣ ਖੜੋ ਗਿਆ। ਅਗਲੇ ਪਲ ਮੈਂ ਉਸਦੇ ਸੱਜੇ ਗੁੱਟ ਤੇ ਰੱਖੜੀ ਦੇ ਧਾਗੇ ਨੂੰ ਗੰਢ ਦੇ ਰਹੀ ਸੀ ਤੇ ਉਹਦਾ ਖੱਬਾ ਹੱਥ ਮੇਰਾ ਸਿਰ ਪਲੋਸ ਰਿਹਾ ਸੀ। ਉਮਰੋਂ ਛੋਟਾ ਹੋ ਕੇ ਵੀ ਮੈਨੂੰ ਆਪਣੇ ਤੋਂ ਕਿਤੇ ਵੱਡਾ ਲੱਗ ਰਿਹਾ ਸੀ ਉਹ। ਉਹਨਾਂ ਪਲਾਂ ਦਾ ਅਹਿਸਾਸ ਮੇਰੀ ਸ਼ਕਤੀ ਬਣ ਗਿਆ। ਆਪਣੇ ਜੀਵਨ ਵਿੱਚੋਂ ਕੱਢ ਸੁੱਟੀਆਂ ਮੰਗਾਂ ਤੇ ਉਮੀਦਾਂ ਵਿੱਚ ਸਾਹ ਪਰਤਣ ਲੱਗ ਪਏ। ਕੁੜੀਆਂ ਵਾਂਗ ਆਪਣਾ ਘਰ ਵਸਾਉਣ ਦੇ ਮਰ ਚੁੱਕੇ ਸੁਪਨੇ ਮਨ ਨੂੰ ਟਕੋਰਨ ਲੱਗ ਪਏ। ਅਗਲੇ ਦਿਨ ਮੈਂ ਉਸਨੂੰ ਘਰ ਆਉਣ ਲਈ ਗਿਆ। ਉਹ ਬਹਾਨਾ ਬਣਾ ਕੇ ਟਲ ਗਿਆ। ਦਫ਼ਤਰ ਰਿਕਾਰਡ ਵਿੱਚੋਂ ਉਸਦਾ ਫੋਨ ਨੰਬਰ ਲਿਆ ਤੇ ਘਰ ਜਾ ਕੇ ਡਾਇਲ ਕੀਤਾ। ਮੇਰੇ ਘਰ ਆਉਣ ਤੋਂ ਨਾ ਬਾਰੇ ਪੁੱਛਣ ਤੇ ਉਸਦੇ ਜਵਾਬ ਨੇ ਮੈਨੂੰ ਹੋਰ ਕੁਝ ਕਹਿਣ ਜੋਗੀ ਨਾ ਛੱਡਿਆ। ਕਹਿੰਦਾ, ਵਕਤੀ ਪ੍ਰੇਮ ਸੰਬੰਧ ਬਣਾਉਣ ਵਾਲੇ ਲੋਕਾਂ ਨੇ ਮੂੰਹ ਬੋਲੇ ਭੈਣ ਭਰਾ ਦੇ ਰਿਸ਼ਤੇ ਨੂੰ ਬਦਨਾਮ ਕਰ ਛੱਡਿਆ। ਸਾਰੇ ਤਾਂ ਨਹੀਂ, ਪਰ ਬਹੁਤੇ ਅੱਜ ਕੱਲ੍ਹ ਰੱਖੜੀ ਨੂੰ ਨੈਤਿਕ ਸੰਬੰਧਾਂ ਦੀ ਢਾਲ ਬਣਾਉਣ ਲੱਗ ਪਏ ਨੇ। ਸੱਚੇ ਹੋ ਕੇ ਵੀ ਸਾਨੂੰ ਸ਼ੱਕੀ ਨਜ਼ਰਾਂ ਤੋਂ ਬਚਣਾ ਚਾਹੀਦਾ। ਕੁਝ ਮਹੀਨੇ ਬਾਅਦ ਉਸਦਾ ਪੜ੍ਹਾਈ ਕੋਰਸ ਪੂਰਾ ਹੋ ਗਿਆ ਤੇ ਨਾਲ ਹੀ ਸਿਹਤ ਵਿਭਾਗ ਵਿੱਚ ਸਰਕਾਰੀ ਨੌਕਰੀ ਲੱਗ ਗਈ। ਪਰ ਨੌਕਰੀ ਵਾਲਾ ਸ਼ਹਿਰ 400 ਕਿਲੋਮੀਟਰ ਦੂਰ ਹੋ ਗਿਆ। ਅਸੀਂ ਮਹੀਨੇ 'ਚ 1-2 ਵਾਰ ਫੋਨ ਤੇ ਗੱਲ ਕਰਦੇ। ਉਸਦੇ ਪਹਿਲੇ ਸਵਾਲ ਭਰਾਵਾਂ ਵਾਲੀ ਜ਼ਿੰਮੇਵਾਰੀ ਤੇ ਫਰਜ਼ਾਂ ਵਾਲੇ ਹੁੰਦੇ। ਪਿਛੋਕੜ ਪੱਖੋਂ ਮੈਂ ਮਾਝੇ ਤੇ ਉਹ ਦੁਆਬੇ ਤੋਂ ਸੀ। ਟੀਚਰ ਮਾਪਿਆਂ ਦੀ ਇਕਲੌਤੀ ਔਲਾਦ। 1.5 ਸਾਲ ਬਾਅਦ ਉਸਨੇ ਵਤਨ ਜਾਣ ਦੇ ਆਪਣੇ ਪ੍ਰੋਗਰਾਮ ਬਾਰੇ ਦੱਸਿਆ। ਉਸੇ ਦਿਨ ਮੈਂ ਮੰਮਾ ਪਾਪਾ ਨੂੰ ਇਹ ਗੱਲ ਦੱਸੀ। ਉਹਨਾਂ ਨੇ ਛੁੱਟੀ ਲੈ ਕੇ ਉਸਦੇ ਨਾਲ ਆਉਣ ਬਾਰੇ ਤਾਕੀਦ ਕੀਤੀ। ਅਸੀਂ ਦਿੱਲੀ ਦੀ ਬਜਾਏ ਅੰਮ੍ਰਿਤਸਰ ਦੀਆਂ ਟਿਕਟਾਂ ਲਈਆਂ। ਮੇਰੇ ਪਾਪਾ ਮੈਨੂੰ ਲੈਣ ਹਵਾਈ ਅੱਡੇ ਪਹੁੰਚੇ ਹੋਏ ਸੀ। ਮੈਂ ਉਹਦੇ ਵੱਲੋਂ ਵੱਖਰੀ ਗੱਡੀ ਬਾਰੇ ਸੋਚ ਰਹੀ ਸੀ, ਪਰ ਇਹ ਕੀ, ਉਹ ਤੇ ਆਪਣੇ ਬੈਗ ਵੀ ਉਸੇ ਗੱਡੀ ਵਿੱਚ ਰੱਖ ਰਿਹਾ ਸੀ। ਰਸਤੇ ਵਿੱਚ ਮੈਂ ਇਸ ਉਲਝਣ ਵਿੱਚ ਰਹੀ ਕਿ ਸ਼ਾਇਦ ਸਾਨੂੰ ਲਾਹ ਕੇ ਉਸ ਟੈਕਸੀ ਨੂੰ ਉਸਨੇ ਲੈ ਕੇ ਜਾਣਾ ਹੋਵੇ, ਪਰ ਭੇਦ ਪਿੰਡ ਪਹੁੰਚ ਕੇ ਖੁੱਲ੍ਹਾ। ਮੇਰੀ ਮੰਮਾ ਤੋਂ ਬਾਅਦ ਉਸਦੇ ਮੰਮੀ ਡੈਡੀ ਵੀ ਪਹਿਲੀ ਵਾਰ ਮਿਲੀ ਆਪਣੀ ਧੀ ਨੂੰ ਬਾਹਾਂ ਵਿੱਚ ਕੁੱਟਦੇ ਹੋਏ ਸਿਰ ਪਲੋਸ ਰਹੇ ਸਨ। ਅਸਲ ਵਿੱਚ ਮੈਨੂੰ ਸਰਪ੍ਰਾਈਜ਼ ਦੇਣ ਵਾਲਾ ਇਹ ਪ੍ਰੋਗਰਾਮ ਉਹਨਾਂ ਸਾਰਿਆਂ ਪਹਿਲਾਂ ਬਣਾ ਲਿਆ। ਸਾਡੇ ਰਿਸ਼ਤੇ ਵਾਲੇ ਮੁੱਢ ਤੋਂ ਬਾਅਦ ਦੋਹਾਂ ਦੇ ਮਾਪਿਆਂ ਦੀ ਨੇੜਤਾ ਬਣ ਗਈ ਸੀ। ਉਹਨਾਂ ਨੇ ਤਾਂ ਨੇੜਤਾ ਨੂੰ ਪੀੜ੍ਹੀਆਂ ਤੱਕ ਜੋੜਨ ਦੀ ਪੱਕ ਠੱਕ ਕਰ ਲਈ ਹੋਈ ਸੀ। ਮੇਰੇ ਕੋਲ ਇਹ ਅਚੰਭੇ ਉਹਨਾਂ ਪਰਤ ਦਰ ਪਰਤ ਖੋਲ੍ਹਣੇ ਸਨ। ਸ਼ਾਮ ਨੂੰ ਪਿੰਕੀ ਤੇ ਉਸਦੇ ਮੰਮੀ ਡੈਡੀ ਚਲੇ ਗਏ। 4 ਦਿਨ ਬਾਅਦ ਸਾਡਾ ਉਹਨਾਂ ਦੇ ਘਰ ਜਾਣ ਦਾ ਪ੍ਰੋਗਰਾਮ ਸੀ। ਮੈਂ ਹੈਰਾਨ ਸੀ ਕਿ ਮੇਰੇ ਨਾਨਾ ਨਾਨੀ ਤੇ ਚਾਚਾ ਚਾਚੀ ਵੀ ਤਿਆਰ ਸਨ। ਇਹ ਕਿਉਂ ਬਾਰੇ ਮੇਰੀ ਉਤਸੁਕਤਾ ਕੁਦਰਤੀ ਸੀ। ਪਾਪਾ ਮਾਮਾ ਨੇ ਮੇਰੇ ਇਸ ਸਵਾਲ ਨੂੰ ਹਾਸੇ ਵਿੱਚ ਟਾਲ ਦਿੱਤਾ। ਰਈਏ ਤੋਂ ਚੱਲੀਆਂ ਸਾਡੀਆਂ ਤਿੰਨੇ ਕਾਰਾਂ 1.5 ਘੰਟੇ 'ਚ ਨਕੋਦਰ ਨੇੜਲੇ ਪਿੰਕੀ ਦੇ ਪਿੰਡ ਪਹੁੰਚੀਆਂ। ਉੱਥੇ ਵਿਆਹਾਂ ਵਰਗੀ ਰੌਣਕ ਵੇਖ ਮੈਂ ਹੈਰਾਨ ਹੋਈ ਜਾਵਾਂ।
ਪਿੰਕੀ ਦੀ ਵੱਖਰੀ ਜਿਹੀ ਪੋਸ਼ਾਕ ਵੇਖ ਕੇ ਆਪਣੇ ਆਪ ਨੂੰ ਹੋਰ ਸਵਾਲ ਕਰੀ ਜਾਵਾਂ, ਪਰ ਕਮਲੀ ਨੇ ਇਹ ਸੋਚਿਆ ਹੀ ਨਾ ਕਿ ਅਸੀਂ ਰਿੰਪੀ ਨੂੰ ਘਰ ਕਿਉਂ ਛੱਡ ਆਏ। ਚਾਹ ਪਾਣੀ ਤੋਂ ਬਾਅਦ ਮੈਂ ਦੇਖਿਆ ਕਿ ਚਾਚੇ ਵਾਲੀ ਕਾਰ ਵਿੱਚੋਂ ਫਲਾਂ ਦਾ ਟੋਕਰਾ ਕੱਢ ਕੇ ਅੰਦਰ ਲਿਜਾਇਆ ਜਾ ਰਿਹਾ ਹੈ। ਕੁਝ ਸਮਝ ਤਾਂ ਪੈਣ ਲੱਗੀ। ਸਾਰਿਆਂ ਨੂੰ ਸ਼ਮਿਆਨੇ ਵਿੱਚ ਸਜੀ ਸਟੇਜ ਤੇ ਸੱਦਿਆ ਗਿਆ। ਸਜੇ ਹੋਏ ਸੋਫੇ ਤੇ ਪਿੰਕੀ ਬੈਠਾ ਸੀ। ਦੋਹਾਂ ਪਰਿਵਾਰਾਂ ਦੇ ਲੋਕ ਆਲੇ ਦੁਆਲੇ ਸਜ ਗਏ। ਗ੍ਰੰਥੀ ਭਾਈ ਸਾਹਿਬ ਨੇ ਅਰਦਾਸ ਕੀਤੀ ਤੇ ਸੰਗਤ ਨੂੰ ਸੰਬੋਧਨ ਹੋਏ। ਹੁਣ ਸ਼ਗਨ ਦੀ ਰਸਮ ਤੋਂ ਪਹਿਲਾਂ ਪਰਮਿੰਦਰ ਸਿੰਘ ਦੀ ਵੱਡੀ ਭੈਣ ਹਰਪ੍ਰੀਤ ਕੌਰ ਸਰੋਪਾ ਪਾਏਗੀ ਤੇ ਸ਼ਗਨ ਦੀ ਰਸਮ ਵਿੱਚ ਲੜਕੀ ਪਰਿਵਾਰ ਦੀ ਅਗਵਾਈ ਕਰੇਗੀ। ਪਿੰਕੀ ਨੇ ਖੜੇ ਹੋ ਕੇ ਸਿਰ ਝੁਕਾ ਕੇ ਸਰੋਪਾ ਪਵਾਇਆ ਤੇ ਇਸ਼ਾਰਾ ਹੋਣ ਤੇ ਬੈਠ ਗਿਆ। ਮੈਂ ਉਸਦੇ ਕੰਨ ਕੋਲ ਹੋ ਕੇ ਮਾਜਰੇ ਬਾਰੇ ਪੁੱਛਣ ਹੀ ਲੱਗੀ ਸੀ ਕਿ ਮੇਰੇ ਮਾਮਾ ਪਾਪਾ, ਨਾਨਾ ਨਾਨੀ ਤੇ ਚਾਚਾ ਚਾਚੀ ਜੀ ਸ਼ਗਨ ਦੇ ਸਮਾਨ ਵਾਲਾ ਥਾਲ ਲੈ ਕੇ ਕੋਲ ਆ ਗਏ। ਪਾਪਾ ਨੇ ਥਾਲ ਉਸਦੀ ਝੋਲੀ ਪਾਉਂਦਿਆਂ ਪਹਿਲਾ ਸ਼ੁਹਾਰਾ ਪਿੰਕੀ ਦੇ ਮੂੰਹ ਲਾਉਣ ਲਈ ਮੈਨੂੰ ਕਿਹਾ। ਜਿਵੇਂ ਉਹ ਕਹੀ ਗਏ ਮੈਂ ਕਰੀ ਤਾਂ ਗਈ, ਪਰ ਨਾਲ ਦੀ ਨਾਲ ਮੈਂ ਸ਼ਸ਼ੋ ਪੰਜ ਵਿੱਚ ਧੱਸਦੀ ਜਾ ਰਹੀ ਸੀ। ਪਿੰਕੀ ਦੀ ਮੰਗਣੀ ਹੋ ਕਿਸ ਨਾਲ ਰਹੀ ਹੈ ਦਾ ਸਵਾਲ ਤੂਫਾਨ ਬਣ ਰਿਹਾ ਸੀ। ਸਾਰੀ ਰਸਮ ਹੋ ਗਈ, ਵਧਾਈਆਂ ਮਿਲਣ ਲੱਗੀਆਂ। ਆਖਰ ਭਾਈ ਜੀ ਵੱਲੋਂ ਸੰਪੂਰਨਤਾ ਦੀ ਅਰਦਾਸ ਮੌਕੇ ਪਤਾ ਲੱਗਾ ਕਿ ਮੇਰੀ ਨਿੱਕੀ ਭੈਣ ਰਿੰਪੀ ਦਾ ਹੱਥ ਪਿੰਕੀ ਦੇ ਹੱਥ ਫੜਾਉਣ ਵਾਲੀਆਂ ਰਸਮਾਂ ਦੀ ਸ਼ੁਰੂਆਤ ਸੀ। ਯਕੀਨ ਕਰਨਾ, ਉਸ ਦਿਨ ਫਿਰ ਮੈਂ ਆਪਣੇ ਰੱਬ ਦੇ ਦਰਸ਼ਨ ਕੀਤੇ ਸਨ। ਆਲਾ ਦੁਆਲਾ ਨੂਰੋ ਨੂਰ ਸੀ, ਪ੍ਰਕਾਸ਼ ਹੀ ਪ੍ਰਕਾਸ਼ ਖਿੰਡਿਆ ਪਿਆ ਸੀ। ਚਾਰ ਚੁਫੇਰੇ। ਪਿੰਕੀ ਦੇ ਸ਼ਗਨ ਦੀ ਰਸਮ ਨਿਭਾ ਵਾਪਸ ਆਉਂਦਿਆਂ ਮੈਂ ਕਾਰ ਵਿੱਚ ਬੈਠਦੇ ਸਾਰ ਪਾਪਾ ਨੂੰ ਸਵਾਲ ਕੀਤਾ ਸੀ ਕਿ ਮੈਨੂੰ ਐਡਾ ਵੱਡਾ ਸਰਪ੍ਰਾਈਜ਼ ਕਿਉਂ ਦਿੱਤਾ। ਉਹਨਾਂ ਮੇਰੀਆਂ ਅੱਖਾਂ ਮੂਹਰੇ ਉਹ ਦ੍ਰਿਸ਼ ਸਿਰ 'ਚ ਦਿੱਤਾ। ਪਿੰਕੀ ਦੀ ਪਹਿਲੀ ਰੱਖੜੀ ਵਾਲੇ ਦਿਨ ਮੇਰੀ ਦੱਸੀ ਹਰ ਗੱਲ ਉਹਨਾਂ ਨੂੰ ਯਾਦ ਸੀ। ਉਸ ਦਿਨ ਪਿੰਕੀ ਨੂੰ ਹੀਰੇ ਵਰਗਾ ਵੀਰ ਕਹਿਣ ਤੇ ਮਾਮਾ ਨੇ ਪੁੱਛਿਆ ਸੀ, ਤੈਨੂੰ ਉਸਦੇ ਹੀਰਾ ਹੋਣ ਦੀ ਪਹਿਚਾਣ ਕਿਵੇਂ ਹੋਈ? ਤਾਂ ਮੈਂ ਕਿਹਾ ਸੀ, ਉਸਦਾ ਹੀਰੇ ਵਰਗਾ ਮਨ ਉਸਦੇ ਗੁੱਟ 'ਚੋਂ ਡਲਕਾ ਮਾਰ ਰਿਹਾ ਸੀ। ਕੁਝ ਦੇਰ ਚੁੱਪ ਰਹਿ ਕੇ ਪਾਪਾ ਨੇ ਅਗਾਂਹ ਗੱਲ ਤੋਰੀ। ਕਹਿੰਦੇ ਉਸ ਦਿਨ ਤੋਂ ਮਹੀਨੇ ਕੁ ਬਾਅਦ ਪਿੰਕੀ ਦੇ ਮੰਮੀ ਡੈਡੀ ਰਹੀਏ ਆਏ। ਬਾਅਦ ਵਿੱਚ ਇੰਨੇ ਘੁਲ ਮਿਲ ਗਏ ਕਿ ਹਰ ਮਹੀਨੇ ਇੱਧਰ ਜਾਂ ਉੱਧਰ ਗੇੜੇ ਲੱਗਣ ਲੱਗ ਪਏ। ਸਾਲ ਕੁ ਬਾਅਦ ਉਹਨਾਂ ਝੋਲੀ ਅੱਡ ਕੇ ਪਿੰਕੀ ਦਾ ਰਿਸ਼ਤਾ ਮੰਗ ਲਿਆ। ਆਪਣੇ ਆਪ ਨੂੰ ਵਡਭਾਗੇ ਮਹਿਸੂਸ ਕਰਦਿਆਂ ਇਹ ਭੁੱਲ ਗਿਆ ਕਿ ਤੂੰ ਭਰਾ ਤੇ ਭੈਣ ਨਾਲ ਦੋ ਰਿਸ਼ਤੇ ਕਿਵੇਂ ਨਿਭਾਏਂਗੀ। ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਦੀ ਆਪਣਾਤ ਮੂਹਰੇ ਇਹ ਸਵਾਲ ਦਬ ਕੇ ਰਹਿ ਗਿਆ। ਤੇਰੇ ਨਾਲ ਗੱਲ ਕਰਨੀ ਲੱਗੇ ਸੀ ਉਸ ਦਿਨ ਕਿ ਪਿੰਕੀ ਦਾ ਫੋਨ ਆ ਗਿਆ। ਕਹਿੰਦਾ, ਜੇ ਮੇਰੀਆਂ ਅੱਖਾਂ ਮੂਹਰੇ ਫਿਰਦੀ ਮੇਰੀ ਭੈਣ ਮੈਨੂੰ 1.5 ਸਾਲ ਸਰਪ੍ਰਾਈਜ਼ ਦੇ ਸਕਦੀ ਹੈ ਤਾਂ ਮੇਰੇ ਵੱਲੋਂ ਵੀ ਸਰਪ੍ਰਾਈਜ਼ ਦੇਣਾ ਬਣਦਾ। ਬੇਟਾ, ਤੂੰ ਆਪ ਹੀ ਅਨੁਮਾਨ ਲਾ ਲੈ ਕਿ ਇਸ ਸਰਪ੍ਰਾਈਜ਼ ਬਦਲੇ ਕਿੰਨਾ ਵੱਡਾ ਜਿਗਰਾ ਕਰਨਾ ਪਿਆ ਸਾਨੂੰ, ਖਾਸ ਕਰਕੇ ਤੇਰੀ ਮਾਂ ਨੂੰ, ਜੋ ਰਾਤ ਨੂੰ ਤੈਨੂੰ ਇਹ ਵੀ ਦੱਸਦੀ ਹੁੰਦੀ ਸੀ ਕਿ ਅੱਜ ਰੋਟੀ ਕਿਹੜੀ ਸਬਜ਼ੀ ਨਾਲ ਖਾਧੀ ਹੈ। ਸੱਚੀ ਉਸ ਵੇਲੇ ਮੈਨੂੰ ਆਪਣੀ ਟੀਚਰ ਦੀ ਗੱਲ ਯਾਦ ਆਈ, ਜਿਸ ਨੇ ਇੱਕ ਵਾਰ ਕਿਹਾ ਸੀ ਕਿ ਜੇ ਰੱਬ ਸਾਥੋਂ ਕੁਝ ਲੈਣ ਲੱਗਿਆ ਨਹੀਂ ਪੁੱਛਦਾ ਤਾਂ ਦੇਣ ਲੱਗਿਆਂ ਵੀ ਉਹ ਛੱਪਰ ਹੀ ਪਾੜ ਦਿੰਦਾ ਹੈ। ਘਰ ਪਹੁੰਚਦੇ ਹੀ ਰਿੰਪੀ ਦੁਆਲਿਓਂ ਮੇਰੀਆਂ ਬਾਹਾਂ ਢਿੱਲੀਆਂ ਨਹੀਂ ਸੀ ਹੋ ਰਹੀਆਂ ਤੇ ਉਹ ਸਾਰੀ ਰਾਤ ਸਾਡੀਆਂ ਗੱਲਾਂ ਨਹੀਂ ਸੀ ਮੁੱਕੀਆਂ।